दा पुतला मिट्टी नू रोंदा घुम गए करां दे बार नी आटे दियां कोई चिड़ियां नू आखो उड़ के ही आजो आरी 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 श्यामो मोटरां दे लख पतला पतां तो भारी एक मुंडा घों गया था उन्हें थानेदार दे गरासे मारे भजना फरीदकोट जिन्हें पुलिस भजाते सारे। बार ठीक तो पेंशन कितनी मिलती है हुण तो बहुत थोड़ी कितनी है 300 पेंशन मुक्के दी 300 ते 1 रुपये पेंशन हले भी आती है ब्रिटिश आर्मी की तो 3 महीने 900 कुछ रुपये लैके आते अपनी पेंशन। ओ पिपला दी छावे ओ तियां दे मेले टुट गईयां वंगां दे टुकड़े पए ने। पहला तो मेरी बरादरी सी मेरी एक भैन उन्होंने घर दे जी सलीना पिंड थे वो जो आया ही कोई अस्सलाम वालेकुम सत श्री अकाल। मैं नासिर ढिल्लों लायलपुर पाकिस्तान तो पंजाबी लहर की टीम ਵੱਖ-ਵੱਖ ਥਾਵਾਂ ਤੇ पंजाब ਦੀਆਂ ਵੱਖ-ਵੱਖ जगह ਤੇ 1947 ਦੀ ਵੰਡ ਤੋਂ ਪਹਿਲੋਂ ਦੇ ਹਾਲਾਤਾਂ ਤੇ ਝਾਤੀ ਪਾਉਣ ਤੇ 1947 ਵੇਲੇ ਕੀ ਬਣਿਆ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਉਹ ਹਾਲਾਤ ਵੇਖੇ 1947 ਦੀ ਵੰਡ 1947 ਦੀ ਪਾਰਟੀਸ਼ਨ ਨੂੰ ਇਹ ਲੋਕ ਉਜਾੜੇ ਵੀ ਕਹਿੰਦੇ ਆ। ਇਹਨਾਂ ਦਾਸਤਾਨਾਂ ਨੂੰ ਇਹਨਾਂ ਹੱਡਬੀਤੀਆਂ ਨੂੰ ਕਵਰ ਕਰਨ ਵਾਸਤੇ ਮੁxtਲਿਫ ਪਿੰਡਾਂ ਮੁxtਲਿਫ ਸ਼ਹਿਰਾਂ ਦੇ ਵਿੱਚ ਜਾਂਦੇ ਰਹੀਦਾ ਤੇ ਤੁਹਾਡੇ ਰੂਬਰੂ ਇਹ ਸਟੋਰੀਜ਼ ਲੈ ਕੇ ਹਾਜ਼ਰ ਹੁੰਦੇ ਰਹੀਦਾ। ਇਸੇ ਤਰ੍ਹਾਂ ਦੀ ਇੱਕ ਸਟੋਰੀ ਅੱਜ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ। 31 ਗਾਫਬੇ ਸਿੰਘ ਖਾਲਸਾ ਸਤਿਆਣਾ ਰੋਡ ਫੈਸਲਾਬਾਦ ਤੇ ਬਾਬਾ ਜੀ ਹਾਕਮ ਅਲੀ ਖਾਨ ਸਾਹਿਬ ਵੱਲ ਯੂਸਫ ਖਾਨ ਸਾਹਿਬ ਉਹਨਾਂ ਦੇ ਕੋਲ ਆਏ ਆ ਤੇ ਉਹਨਾਂ ਨਾਲ ਗੱਲਬਾਤ ਸਾਂਝੀ ਕਰਾਂਗੇ। ਪੁੱਛਾਂਗੇ ਉਹਨਾਂ ਕੋਲੋਂ 1947 ਦੀ ਵੰਡ ਤੋਂ ਪਹਿਲਾਂ ਦੇ ਹਾਲਾਤ ਤੇ ਉਹ ਕੀ ਕਰਦੇ ਸਨ ਉੱਥੇ। ਇਹ ਸਾਰੀ ਗੱਲਬਾਤ ਸਾਂਝੀ ਕਰਾਂਗੇ ਬਾਬਾ ਜੀ ਨਾਲ। आओ गल करते हैं। अस्सलाम वालेकुम। वालेकुम सलाम। अच्छा बाबा जी पहले तो ना अपना नाम दस दिओ नाम की तुहाडा। मेरा नाम हाकम अली। अच्छा तुहाडे अब्बा जी दा यूसुफ खान। यूसुफ खान अच्छा राजपूत जे ठीक। अच्छा मैनू ये दस दिओ भी तुहाडी हुण उम्र किन्नी को चली है इस वेले? इस वेले तो मैं अंदाजा नहीं लाया तो जी सारी उम्र 100 साल तो उत्ते हो चली है। अच्छा ये दस दिन 1900 इन्हों का शनाख्ती कार्ड भी जी कोल तुहाडी 1916 की इन्हों की है डेट ऑफ बर्थ 1916 जमे तुसीं हैगी ते 100 का मतलब भी 102 साल इन्हों की उम्र जी हो चली है। अच्छा ये दस्यो बाबा जी आप आए इत्थे ते जे वसेंदे या उधरों उठ के आए जे? आहो कित्थों आए जो उधरों उठ के? असीं जनाब अपने ज़िला फिरोजपुर हाँ जी तहसील भी फिरोजपुर से हाँ जी ते पिंड मुदकी से पिंड मुदकी ते फिरोजपुर फरीदकोट के कोल से फरीदकोट 8 मील से मुदकी का ते फरीदकोट का फैसला। अच्छा तुहाडे तो 8 मील सी फरीदकोट ठीक है। बाबा फरीद के नाम से मशहूर शहर जी। अच्छा जिहड़ा पिंड अपना मुदकी आ ਇਹਦੇ ਕੋ ਆਲ ਦੁਆਲੇ ਕੋ ਪਿੰਡ ਪੰਜਾਂ ਚੋਂ ਦੇ ਨਾਂ ਯਾਦ ਜੇ? याद है ਦੱਸਿਓ ਕਿਹੜਾ ਕਿਹੜਾ? 2 तो महल्ले है ਮਾਲੇ एक बड़ा महल्ला एक छोटा महल्ला ਹਾਂਜੀ एक महल्ला भलूर ਹਾਂਜੀ एक लगे वाला एक बागे वाला ते तलवंडी ते तलवंडी पिंड सीगा ठीक है ते एक अपने गिल
ਤੇ ਚੰਦ ਚੰਦ ਤੇ ਇਹ ਅੱਛਾ ਫਰੀਦਕੋਟ ਦੇ ਵਿੱਚ ਸੀਗੇ ਚੰਦ। ਅੱਛਾ ਇਹ ਦੱਸਿਓ ਵੀ ਇਹ ਜਿਹੜੇ ਤੁਸੀਂ ਨਾਂ ਗਣਾਏ ਆ ਮਾਲਾ ਜਾਂ ਚੰਦ ਇਹ ਸਾਰੇ ਮੁਸਲਮਾਨਾਂ ਦੇ ਸੀ? ਨਹੀਂ ਜੀ, ਹਾਂਜੀ ਇਹਦੇ ਵਿੱਚ ਸਿੱਖ ਮੁਸਲਮਾਨ ਆਬਾਦ ਸੀ, ਕਈ ਕੌਮਾਂ ਸੀ ਹੋਰ। ਅੱਛਾ ਤੇ ਸਾਰੇ ਨਾ ਮੁਸਲਮਾਨਾਂ ਦੇ ਨਾ ਸਿੱਖਾਂ ਦੇ ਰਲਵੇਂ ਮਿਲਵੇਂ ਸੀ? ਇਹ ਇਸੇ ਤਰ੍ਹਾਂ ਹੀ ਮੁਸਲਮਾਨਾਂ ਦੇ ਨਾਂ ਦਾ ਸੀ, ਉਹ ਮੁਸਲਮਾਨ ਲੱਗ ਜਾਂਦਾ ਤੇ ਪਤਾ ਵੀ ਇਹ ਮੁਸਲਮਾਨ। ਤੇ ਉਹ ਲੋਕ ਬੜੇ ਪੜ੍ਹੇ ਲਿਖੇ ਸੀ ਕਿ ਇਹਦੇ ਪੜ੍ਹਨੀ। ਅੱਛਾ ਜੀ। ਅੱਛਾ ਇਹ ਦੱਸ ਦਿਓ ਵੀ ਆਪਣਾ ਪਿੰਡ ਜਿਹੜਾ ਮੁਦਕੀ ਆ ਇਹਦੇ ਵਿੱਚ ਆਪਣੀ ਬਰਾਦਰੀ ਤੁਹਾਡੀ ਕਿੰਨੀ ਬੈਠੀ ਸੀ? ਸਾਡੀ ਬਰਾਦਰੀ 300 ਘਰ ਸੀ। ਰਾਜਪੂਤਾਂ ਦਾ? ਹਾਂ 3 ਰਾਜਪੂਤਾਂ। ਤੇ ਦੂਜੀ ਹੋਰ ਕੋਈ ਸਿੱਖਾਂ ਜਾਂ ਹਿੰਦੂਆਂ ਦਾ? ਨਹੀਂ, ਹੋਰ ਚੂੜੇ ਵੀ ਹੈਗੇ ਸੀ, ਚਮਿਆਰ ਵੀ ਹੈਗੇ। ਤੇ ਸਿੱਖ ਜਿਹੜੇ ਨਾ ਸਿੱਖ ਕਈਆਂ ਕਿਸਮਾਂ ਦੇ ਹੈਗੇ ਸੀ। ਕਿੰਨੇ ਘਰ ਸੀ ਉਹਨਾਂ ਦੇ ਸਿੱਖਾਂ ਦੇ? ਹਾਂਜੀ ਸਿੱਖਾਂ ਦੀਆਂ 4 ਪੱਤੀਆਂ ਸੀ। 4 ਪੱਤੀਆਂ ਉਹਨਾਂ ਦੇ? ਫਿਰ ਤੇ ਬਹੁਤ ਵੱਡਾ ਪਿੰਡ ਸੀਗਾ। ਹਾਂ, ਇਹ ਚੋਕਰਾਂ ਦੀ ਪੱਤੀ, ਜੈਦਾਂ ਦੀ ਪੱਤੀ, ਨਸੋਰੋਸੇ ਦੀ ਪੱਤੀ, ਤੇ ਇੱਕ ਪੱਤੀ ਹੋਰ ਸੀਗੀ ਕਿਹੜੀ ਏਜੰਸੀ ਜਾਇਦ ਸੀਗਾ, ਉਹਨਾਂ ਦੀ ਪੱਤੀ ਵੀ। ਅੱਛਾ ਇਹ ਦੱਸਿਓ ਵੀ ਹਿੰਦੂਆਂ ਦਾ ਵੀ ਹੈ ਸੀ ਘਰ ਵਿੱਚ ਪਿੰਡ 'ਚ? ਸਾਡੇ ਘਰਾਂ ਦੇ? ਹਾਂਜੀ ਇਹ ਪਿੰਡ ਦੇ ਵਿੱਚ ਹਿੰਦੂਆਂ ਦੇ ਘਰ ਵੀ ਹੈਗੇ ਸੀ? ਹਿੰਦੂਆਂ ਦੇ? ਹਾਂਜੀ। ਸਿੱਖਾਂ ਦੇ ਅੱਗੇ ਬਹੁਤ ਘਰ ਸੀ। ਨਹੀਂ ਹਿੰਦੂਆਂ ਦੇ। ਸਿੱਖਾਂ ਦੇ ਤੁਸੀਂ ਦੱਸਿਆ ਨਾ, ਹਿੰਦੂਆਂ ਦੇ? ਹਿੰਦੂਆਂ ਦੇ ਘਰ ਬਾਣੀਆਂ ਜਿਹੜੇ ਸੀ ਨਾ, ਬਾਣੀਆਂ, ਉਹਨਾਂ ਦੀਆਂ ਸਾਡੀਆਂ ਦੀਵਾਰਾਂ ਛਾਂਦੀਆਂ ਸੀਗੀਆਂ, ਪਿਛਲੇ ਪਾਸੇ ਲੱਗਦੀਆਂ। ਅੱਛਾ ਪਿਛਲੇ ਪਾਸੇ ਬਾਣੀਆਂ ਦੀਆਂ ਦੀਵਾਰਾਂ ਲੱਗਦੀਆਂ? ਹਾਂ, ਉਹਨਾਂ ਨੂੰ ਰਸਤਾ ਉੱਤੋਂ ਨਹੀਂ ਆਉਂਦਾ ਤੇ ਸਾਨੂੰ ਵੀ ਉੱਤੋਂ ਨਹੀਂ ਜਾਂਦਾ। ਅੱਛਾ ਬਾਣੀਆਂ ਦਾ ਕਿਸੇ ਦਾ ਨਾਂ ਯਾਦ ਆ? ਤਿਲਕ ਰਾਮ, ਮਹਿੰਗਾ ਰਾਮ, ਵੀਰ ਚੰਦ ਤੇ ਡੋਗਰਵਾਲ ਤੇ ਇਸ ਤਰ੍ਹਾਂ ਕਰਕੇ। ਅੱਛਾ ਜਿਹੜੀਆਂ ਇਹ ਦੱਸਿਓ ਵੀ ਜਿਹੜੀਆਂ ਸੀ ਪੱਤੀਆਂ ਮੁਸਲਮਾਨਾਂ ਦੇ ਵੀ 300 ਘਰ ਸੀ ਸਿੱਖਾਂ ਦੀਆਂ, ਇੱਥੇ ਮੁਸਲਮਾਨਾਂ ਦੇ ਸਰਪੰਚ ਜਾਂ ਲੰਬੜਦਾਰ ਦਾ ਪਤਾ ਕਿਹੜੇ ਕਿਹੜੇ ਸਨ? ਅਲੀਵੰਦ ਨੰਬਰਦਾਰ, ਭਗਵਾਨ ਸਿੰਘ ਨੰਬਰਦਾਰ, ਭਗਵਾਨ ਸਿੰਘ ਸਿੱਖ, ਤੇ ਇੱਕ ਨੰਬਰਦਾਰ ਕਿਹੜਾ ਸੀਗਾ ਉਹ ਬਾਣੀਆਂ ਦੇ ਵਿੱਚ ਵੀ ਨੰਬਰਦਾਰ ਹੈਗੇ ਸੀਗੇ, ਹੁਣ ਮੈਨੂੰ ਯਾਦ। ਅੱਛਾ ਬਾਣੀਆਂ ਦਾ ਵੀ ਸੀ ਕੋਈ ਲੰਬੜਦਾਰ ਪਿੰਡ? ਹਾਂਜੀ ਬਾਣੀਆਂ ਦਾ ਵੀ ਲੰਬੜਦਾਰ ਸੀ? ਹਾਂ ਬਾਣੀਆਂ ਦਾ ਨੰਬਰਦਾਰ ਹੀ ਹੈ ਸੀ। ਠੀਕ ਹੈ। ਜ਼ਮੀਨ ਉਹਨਾਂ ਦੀ ਬੈ ਲਈ ਹੋਈ ਸੀ, ਇਹਨਾਂ ਤੋਂ ਕਰਾਈ ਹੋਈ ਸੀ ਤੇ ਹੋਰ ਗੱਲਬਾਤ ਕਰਦੇ ਸੀ। ਅੱਛਾ ਆਪਣੇ ਪਿੰਡ ਦੀ ਜ਼ਮੀਨ ਕਿੰਨੀ ਸੀ ਮੁਦਕੀ ਦੀ? 10,000 ਕਮਾਂ। 10,000 ਕਮਾਂ? ਬਹੁਤ ਵੱਡੀ ਸੀ ਫਿਰ ਤੇ ਪੈਲੀ, ਬੜੀ ਪੈਲੀ ਸੀ। ਬਹੁਤ 10,000 ਕਮਾਂ ਏਕੜ ਸੀ ਉੱਥੇ ਇਹ ਮੁਦਕੀ ਦਾ। ਤੇ ਅਜੇ ਮੇਰਾ ਖਿਆਲ ਹੈ ਵੀ ਜ਼ਿਆਦਾ ਹੀ ਸੀ। ਮੁਦਕੀ ਦੇ ਵਿੱਚ ਜ਼ਮੀਨ ਸਰਮਾਏਦਾਰ ਹੋ ਗਏ ਸੀ, ਉਹਨਾਂ ਨੇ ਬਾਹਰਲੇ ਪਿੰਡਾਂ 'ਚ ਬਹੁਤ ਜ਼ਮੀਨ ਲੈ ਲਈ। ਤੇ ਇਹ ਬਾਣੀਏ ਜਿਹੜਾ ਸੀ ਉਹਨਾਂ ਦਾ ਇੱਕ ਪੂਰਾ ਬਾਜ਼ਾਰ ਸੀ। ਅੱਛਾ ਪੂਰਾ ਬਾਜ਼ਾਰ ਇੱਕ ਸੀ ਉਹਨਾਂ ਦਾ? ਇੱਕ ਪੂਰਾ ਬਾਜ਼ਾਰ। ਤੇ ਅੱਗੇ ਫਿਰ ਕਈ ਕਿਸਮ ਦੇ ਲੋਕ ਰਹਿੰਦੇ। ਠੀਕ। ਅੱਛਾ ਇਹ ਦੱਸਿਓ ਮੈਨੂੰ ਵੀ ਇਹ ਪੈਲੀ ਜਿਹੜੀ ਆ ਪਿੰਡ ਦੇ ਵਿੱਚ ਮੁਸਲਮਾਨਾਂ ਦੀ ਬਹੁਤੀ ਸੀ ਜਾਂ ਸਿੱਖਾਂ ਦੀ? ਜ਼ਮੀਨ? ਹਾਂਜੀ ਜ਼ਮੀਨ ਮੁਸਲਮਾਨਾਂ ਦੀ ਬਹੁਤ ਸੀ ਔਰ ਸਿੱਖਾਂ ਦੀ ਵੀ ਕਾਫੀ ਸੀ। 4-5 ਪੱਤੀਆਂ ਸੀਗੀਆਂ ਤੇ ਇਹਨਾਂ ਦੇ ਵਿੱਚ ਜ਼ਮੀਨ ਰਲਵੀਂ ਸੀ। ਅੱਛਾ ਰਲਵੀਂ ਸੀ? ਰਲਵੀਂ ਸੀਗੀ। ਇਹ ਨਹੀਂ ਸੀ ਵੀ ਇੱਧਰ ਸਿੱਖਾਂ ਕੱਲਿਆਂ ਦੀ ਤੇ ਜਾਂ ਗਰੁੱਪ ਬਣੇ ਸੀ, ਨਹੀਂ, ਸਿੱਖਾਂ ਦੀ ਅਲੱਗ, ਮੁਸਲਮਾਨਾਂ ਦੀ। ਅੱਛਾ ਆਪਣੀ ਪਾਣੀ ਜਿਹੜਾ ਵਾ ਨਹਿਰੀ ਸੀ ਟੂਲਾਂ ਦਾ? ਨਹਿਰ ਵਿੱਚ ਦੀ ਜਾਂਦੀ ਸੀ। ਅੱਛਾ ਪਿੰਡ ਨੇ। ਅੱਛਾ ਨਾਲ ਦੀ ਜਾਂਦੀ ਸੀ ਸਮਝੋ। ਚੰਗੀ ਪੈਲੀ ਸੀ ਫਿਰ? ਹੈਂ? ਪੈਲੀ ਚੰਗੀ ਵਗਦੀ? ਪਹਿਲੀ ਚੰਗੀ ਸੀ। ਉਹ ਫਿਰ ਪਾਣੀ ਨਹੀਂ ਇਹਨਾਂ ਨੂੰ ਮਿਲ ਸਕਿਆ। ਵੱਡੇ ਬਜ਼ੁਰਗ ਜਿਹੜੇ ਉਹਨਾਂ ਨੇ ਅਧਿਕਾਰੀ ਕਰਤੇ ਕਿ ਸਾਨੂੰ ਪਾਣੀ ਨਹੀਂ ਹੈ। ਸੁਣਨ ਵਿੱਚ ਇਹ ਗੱਲ ਆਈ
ਤੇ ਫਿਰ ਇਹ ਲੋਕ ਸਾਡੇ ਬੜੇ ਭੱਜ ਜਾਂਦੇ ਸੀ ਬਈ ਇਹਨੂੰ ਪਾਣੀ ਜ਼ਮੀਨ ਨੂੰ ਪਾਣੀ ਲੱਗਣਾ ਚਾਹੀਦਾ। ਫਿਰ ਮਨਜ਼ੂਰ ਨਹੀਂ ਗੌਰਮੈਂਟ ਨੇ ਕੀਤਾ। ਮਾਲਾ ਭਲੂਰ ਪਤਲੀ ਫਿੱਡੇ ਤੁੰਬੜ ਭੰਨ ਸਜਾਦੇ ਇਸ ਤਰ੍ਹਾਂ ਦੇ ਪਿੰਡਾਂ ਦੇ ਅੱਛਾ ਇਹਨਾਂ ਨੂੰ ਪੈਂਦਾ ਸੀ ਪਾਣੀ ਹੈ। ਇਹਨਾਂ ਪਿੰਡਾਂ ਨਹੀਂ ਇਹਨਾਂ ਨੂੰ ਵੀ ਨਹੀਂ ਸੀ ਪੈਂਦਾ। ਅੱਛਾ ਉਹ ਜਿਹੜੀ ਸੀ ਨਾ ਇੱਕ ਰਾਜਾ ਫਰੀਦਕੋਟ ਦਾ ਸੀ। ਇੱਕ ਬੰਦੇ ਨੇ ਉਹਨੂੰ ਪੁੱਛਿਆ ਤੂੰ ਕੌਣ ਹੁੰਦਾ? ਆਖਿਆ ਜੀ ਮੈਂ ਮੁਸਲਮਾਨ ਹਾਂ। ਅੱਛਾ ਉਹਨੇ ਜਾ ਕੇ ਟੱਟੀ ਕੀਤੀ ਇੱਕ ਜਗ੍ਹਾ 'ਤੇ ਸਾਉਣ ਦੇ ਦਿਨ ਸੀ ਅਤੇ ਉਹ ਆਖਣ ਲੱਗਾ ਯਾਰ ਆਹ ਕਿਹੜਾ ਪਿੰਡ ਹੈ? ਇਹ ਕਿ ਉਸ ਪਿੰਡ ਦਾ ਨਾਂ ਮੈਨੂੰ ਹੁਣ ਯਾਦ ਨਹੀਂ ਰਿਹਾ ਅਤੇ ਉਹਨੇ ਗਾਲ ਕੱਢੀ। ਇਹ ਬੱਧੀ ਧੀ ਗਲਾਉਣ ਨੂੰ ਬੋਂਡ 'ਤੇ ਆਈ ਪਾਣੀ ਮੰਗੇ। ਉਹਨੇ ਕਿਤੇ ਚੱਟੀ ਦੇ ਹੱਥ ਧੋਣੇ ਬੋਂਡ 'ਤੇ ਆਈ ਪਾਣੀ ਮੰਗੇ ਪਈ ਦੇ ਕੇ ਸੌਣ ਨੂੰ। ਉਹ ਮਹਾਰਾਜਾ ਤਾਈਂ ਇਹ ਗੱਲ ਭੁੱਲ ਗਈ। ਉਹ ਬੰਦਾ ਸਾਡਾ ਭੱਜਿਆ ਉਹ ਇੱਦਾਂ ਦਾ ਉੱਥੋਂ ਦਾ ਉਹ ਮਹਾਰਾਜੇ ਕੋਲ ਚਲਾ ਗਿਆ ਕਿਉਂਕਿ ਰਾਜੇ ਤਾਂ ਹੈ ਸੀ। ਮਹਾਰਾਜੇ ਕੋਲ ਚਲਾ ਗਿਆ ਉਹਨੂੰ ਜਾ ਕੇ ਦੱਸਿਆ। ਉਹਨੇ ਕਿਹਾ ਠੀਕ ਆ। ਰਾਜਾ ਬੜਾ ਸਰਦਾਰ ਆਦਮੀ ਸੀਗਾ। ਉਹਨੇ ਕਿਹਾ ਉਹਨੇ ਠੀਕ ਕਿਹਾ। ਜੇ ਉਹਨੇ ਕਿਹਾ ਤਾਂ ਕੀ ਆ ਗਾਲੀ ਕੱਢੀ ਆ ਉਹ ਗਾਲ ਕੇ ਤਾਂ ਤੁਹਾਡੇ ਵਿੱਚ ਵੜ ਗਈ ਹੈ। ਅੱਛਾ ਇਹ ਦੱਸਿਓ ਮੈਨੂੰ ਵੀ ਆਪਣੇ ਪਿੰਡ ਮਸਜਿਦਾਂ ਕਿੰਨੀਆਂ ਸੀ? ਹੈ ਮਸਜਿਦਾਂ ਮਸੀਤਾਂ ਮਸਜਿਦਾਂ 1 2 ਤੇ 3 ਤੇ 4 5 ਮਸਜਿਦਾਂ। 5 ਮਸਜਿਦਾਂ ਹਾਂ। ਤੇ ਗੁਰਦੁਆਰੇ ਹੈ ਗੁਰਦੁਆਰਾ ਵੀ ਹੈਗਾ ਸੀ ਕੋਈ? ਗੁਰਦੁਆਰਾ ਹੈ ਨਹੀਂ ਸੀ ਉਦੋਂ ਬਿਲਕੁਲ। ਅੱਛਾ ਉਸ ਟਾਈਮ ਦੇ ਵਿੱਚ ਗੁਰਦੁਆਰਾ ਨਹੀਂ ਸੀ। ਅਸੀਂ ਲਹਿੰਦੇ ਪਾਸੇ ਵਾਲੀ ਜਗ੍ਹਾ 'ਤੇ ਇੱਕ ਉਹ ਬੈਠੇ ਸੀਗੇ ਸਿੱਖ ਅਤੇ ਉਹਨਾਂ ਦਾ ਰੋਟੀ ਪਾਣੀ ਵੀ ਬਹੁਤ ਦਿੰਦੇ ਸੀ। ਹਲਵਾ ਕਰਕੇ ਦੇਣਾ। ਜਦੋਂ ਕਿਤੇ ਐਤਵਾਰ ਵਾਲੇ ਦਿਨ ਕਿਤੇ ਜਾਣਾ ਨਾ ਉਸ ਪਾਸੇ ਸਾਡੇ ਰਿਸ਼ਤੇਦਾਰ ਦਾ ਇੱਕ ਸਜਾਦਾ ਹੀ ਪੈਂਦਾ ਸੀ। ਉੱਥੇ ਜਾਣਾ ਅਤੇ ਉਹਨਾਂ ਨੇ ਸਰਦਾਰਾਂ ਨੇ ਪੁੱਛਣਾ ਸਾਡਾ ਪਿੰਡ ਕਿਹੜਾ? ਫਲਾਨਾ ਹੈ। ਅਤੇ ਉਹ ਲੋਹਾਵਾ ਅਤੇ ਮੁਦਕੀ ਇੱਧਰ ਸਾਡੇ ਉਹ ਵੀ ਸਾਡੇ ਇਲਾਕੇ ਦੇ ਵਿੱਚ ਹੀ ਸੀਗੇ। ਮੋਹਕਮ ਵਾਲਾ ਕਰਮੂ ਵਾਲਾ ਅਤੇ ਇਹ ਮੁਸਲਮਾਨਾਂ ਦੇ ਪਿੰਡ ਸੀ। ਇਹਨਾਂ ਦੇ ਵਿੱਚ ਸਿੱਖ ਕੋਈ ਨਹੀਂ। ਅੱਛਾ ਇਹ ਦੱਸਿਓ ਵੀ ਆਪਾਂ ਤੁਹਾਡੀ ਉਮਰ ਸੀ ਹੁਣ ਹੋ ਗਈ 102 ਸਾਲ ਅਤੇ ਉਜਾੜਿਆਂ ਪਏ ਨੂੰ ਵੀ ਹੁਣ ਹੋ ਗਏ 71 ਸਾਲ ਅਤੇ ਉਦੋਂ ਤੁਸੀਂ ਪੜ੍ਹਦੇ ਪੁੜ੍ਹਦੇ ਸੀ ਜਾਂ ਨੌਕਰੀ ਕਰਦੇ ਕੀ ਕਰਦੇ ਸੀ? ਉਦੋਂ ਅਸਲ ਮੈਂ ਬਚਪਨ ਵਿੱਚ ਹੀ ਭਰਤੀ ਹੋ ਗਿਆ ਸੀ। ਪੜ੍ਹੇ ਪੁੜ੍ਹੇ ਵੀ ਖਾਸ ਨਹੀਂ। ਉੱਥੇ ਜਾ ਕੇ ਕੁਛ ਉਹਨਾਂ ਨੇ ਪੜ੍ਹਾਇਆ। ਉਹ ਹੱਟੀ ਉੱਠੀ ਅਤੇ ਜਮਾਂ ਅਤੇ ਉਹ ਕੁਝ ਪੜ੍ਹਾ ਦਿੰਦੇ ਸੀਗੇ ਜਿਹੜਾ ਅੰਗਰੇਜ਼ੀ ਹੁੰਦਾ ਸੀਗਾ। ਅੱਛਾ ਬ੍ਰਿਟਿਸ਼ ਆਰਮੀ 'ਚ ਇੱਕ ਭਰਤੀ ਹੋਈ ਕਿਹੜੇ ਸੰਨ 'ਚ ਭਰਤੀ ਹੋਏ ਹੋ ਕੋਈ ਯਾਦ ਆ? ਮੈਂ ਹਾਂਜੀ ਸੰਨ 40 ਸੀ। 40 'ਚ? ਹਾਂ ਸੰਨ 40। ਉਦੋਂ ਜੇ ਜੰਗ ਵਰਲਡ ਵਾਰ 2 ਲੱਗ ਗਈ? ਹਾਂਜੀ ਉਦੋਂ ਜੇ ਜੰਗ ਲੱਗੀ ਵਰਲਡ ਵਾਰ 2? ਜੰਗ ਤਾਂ ਲੱਗੀ ਸੀਗੀ ਪਹਿਲੇ ਸਾਲਾਂ ਵਿੱਚ ਅਤੇ ਉਹ ਫਿਰ ਕੋਈ ਹਾਰਦਾ ਦੇ ਬਰਤਾਨੀਆ ਜਿਹੜਾ ਸੀ ਉਹ ਵੱਡਾ ਬਾਦਸ਼ਾਹ ਸੀ ਇੰਗਲੈਂਡ ਵਾਲੇ ਅਤੇ ਇਹ ਹੁਣ ਉਹ ਮੁਲਕ ਸਾਡੇ ਆਜ਼ਾਦ ਮੇਰੇ ਸੁਣਨੇ ਚਾਹੀਦੇ। ਉਦੋਂ ਆਰਡਰ ਹੋਇਆ ਸੀ ਗੌਰਮੈਂਟ ਦਾ ਸਾਰੀਆਂ ਹਕੂਮਤਾਂ ਵੀ ਇਹ ਲੋਕ ਆਜ਼ਾਦ ਕੀਤੇ ਜਾਣ ਅਤੇ ਫਿਰ ਇਹ ਆਜ਼ਾਦ ਕੀਤੇ ਗਏ। ਅੱਛਾ ਕਿੱਥੇ ਜਾ ਕੇ ਲੜੀ ਸੀ ਜੰਗ ਤੁਸੀਂ? ਹਾਂਜੀ ਆਂਦੇ ਨਾ ਜੰਗ ਵੀ ਲੜੀ? ਅਸੀਂ ਤਾਂ ਜਾ ਕੇ ਲੜੀ ਬਾਹਰ ਦੇ ਮੁਲਕ 'ਚ। ਵਰਲਡ ਵਾਰ 2 ਜਿਹੜੀ ਕਿੱਥੇ ਜਾ ਕੇ ਲੜੀ? ਉਹ ਸਿੰਗਾਪੁਰ ਹਾਂਗਕਾਂਗ। ਸਿੰਗਾਪੁਰ ਤੇ ਹਾਂਗਕਾਂਗ ਕਿੰਨੀ ਦੇਰ ਰਹੇ ਉੱਥੇ? ਉੱਥੇ ਰਹੇ 5 ਸਾਲ ਰਹੇ। 5 ਸਾਲ। ਤੇ ਕਾਹਦੇ ਤੇ ਲੈ ਕੇ ਗਏ ਸੀ ਉਦੋਂ ਉੱਥੇ ਸਿੰਗਾਪੁਰ ਨੂੰ ਤੁਹਾਨੂੰ ਇੱਥੋਂ?
ਕਾਹਦੇ ਤੇ ਲੈ ਗਏ, ਘੋੜਿਆਂ ਤੇ? ਨਹੀਂ ਜੀ, ਕਾਨਵਾਈ ਹੁੰਦੀ ਸੀ ਕੋਲੇ, ਕਾਨਵਾਈ ਹੁੰਦੀ ਸੀ ਕੋਲੇ, ਅੱਛਾ। ਮੋਟਰ ਤੇ ਮੋਟਰਾਂ ਦੇ ਵਿੱਚ ਪਾ ਲੈਣਾ, ਸੈਕਸ਼ਨਾਂ ਹੁੰਦੀਆਂ, ਪਲਟੂਨਾਂ ਹੁੰਦੀਆਂ, ਉਹ ਫਿਰ ਲੁੱਕ ਛਿਪ ਕੇ ਜਿਵੇਂ ਲੜਾਈ ਦਾ ਹੱਕ ਹੁੰਦਾ ਉਹ ਲੜਦੇ ਸੀ ਲੋਕ। ਕੋਈ ਕਿਸੇ ਤੇ ਪਲਟੂਨ ਕਿਹੜੀ ਸੀ ਤੁਹਾਡੀ ਕੋ, ਨਾਂ ਯਾਦ ਹੈ ਪਲਟੂਨ ਦਾ? ਇਹ ਕੰਪਨੀ, ਇਹ ਕੰਪਨੀ? ਹਾਂ, ਇਹ ਕੰਪਨੀ ਦਾ ਮਤਲਬ ਵੀ ਇੱਕ ਕੰਪਨੀ। ਅੱਛਾ, ਤੇ ਉਹਦਾ ਕਮਾਂਡਰ ਕੌਣ ਸੀ ਪਲਟੂਨ ਦਾ ਆਪਣੇ ਉਦੋਂ? ਇੱਕ ਜੇਲਮ ਦੇ ਇਲਾਕੇ ਦਾ ਬੰਦਾ ਸੀ, ਸ਼ਾਹ ਸਵਾਰ। ਅੱਛਾ, ਸ਼ਾਹ ਸਵਾਰ। ਹਾਂ, ਉਹ ਹਵਾਲਦਾਰ ਵੀ ਸੀ, ਹਵਾਲਦਾਰੀ ਵੀ ਕਰਦਾ ਸੀ ਅਤੇ ਉਹ ਜਾਣੇ ਸਾਰੀਆਂ ਗੱਲਾਂ ਬਾਤਾਂ ਉਹ ਕਰਦਾ। ਅੱਛਾ, ਇਹ ਦੱਸੋ ਵੀ ਉਦੋਂ 5 ਸਾਲ ਤੁਸੀਂ ਉੱਥੇ ਲੜੇ ਹੋ ਤੇ ਉਹ ਤੁਹਾਨੂੰ ਤਨਖਾਹ ਤੋਂ ਇਲਾਵਾ ਵੀ ਕੁਝ ਦਿੰਦੇ ਸੀ ਜਾਂ ਤਨਖਾਹ ਹੀ? ਤਨਖਾਹ ਦਿੰਦੇ ਸੀ। ਕਿੰਨੀ ਤਨਖਾਹ ਸੀ ਉਦੋਂ? ਤਨਖਾਹ ਤਾਂ ਬਹੁਤ ਥੋੜ੍ਹੀ, ਕਿੰਨੀ ਸੀ? 15 ਰੁਪਈਏ ਇੱਕ ਆਦਮੀ ਦੀ ਤਨਖਾਹ। 15 ਰੁਪਈਏ? 15 ਰੁਪਈਏ ਤਨਖਾਹ ਇੱਕ ਆਦਮੀ ਦੀ। ਅਤੇ ਬਸ ਬਾਅਦ ਵਿੱਚ ਫਿਰ ਮੇਰੇ ਵਹਿੰਦਿਆਂ 15 ਰੁਪਈਏ ਪੈਨਸ਼ਨ ਦੇਣ ਲੱਗ ਗਏ ਅੰਗਰੇਜ਼। ਜਦੋਂ ਕੋਈ ਆ ਜਾਂਦਾ ਸੀ ਐਸੀ ਵਜ੍ਹਾ ਦੇ ਨਾਲ, ਮੈਡੀਕਲ ਦੀ ਵਜ੍ਹਾ ਦੇ ਨਾਲ ਨਾ ਖਰਚ ਹੋ। ਅੱਛਾ, ਕਦੋਂ ਫਿਰ ਛੱਡੀ, ਕਦੋਂ ਬ੍ਰਿਟਿਸ਼ ਆਰਮੀ ਕਦੋਂ ਛੱਡੀ? ਆਰਮੀ? ਹਾਂਜੀ। ਜਿਸ ਵੇਲੇ ਪਾਕਿਸਤਾਨ, ਮੈਂ ਤਾਂ ਥੋੜ੍ਹਾ ਜਿਹਾ ਚਿਰ ਪਹਿਲਾਂ ਆ ਗਿਆ। ਮੇਰਾ ਡਿਸਚਾਰਜ ਕਰ ਦਿੱਤਾ ਸੀ ਹਸਪਤਾਲ ਵਾਲੇ ਅਤੇ ਪੈਨਸ਼ਨ ਮੈਨੂੰ ਦਿੱਤੇ ਸੀ 15 ਰੁਪਏ। ਅਤੇ ਉਹਨਾਂ ਦਾ ਮੈਨੂੰ ਪੂਰਾ ਯਾਦ ਨਹੀਂ ਵੀ ਕਿਹੜਾ। ਮੈਡੀਕਲ ਤੋਂ ਤੁਸੀਂ ਰਿਟਾਇਰ ਹੋ ਗਏ, ਮੈਡੀਕਲ ਰਿਟਾਇਰਮੈਂਟ ਲੈ ਲਈ? ਹਾਂ, ਮੈਡੀਕਲ ਦੀ ਵਜ੍ਹਾ ਨਾਲ ਰਿਟਾਇਰਮੈਂਟ। ਅੱਛਾ, ਠੀਕ। ਤੇ ਪੈਨਸ਼ਨ ਕਿੰਨੀ ਮਿਲਦੀ ਆ ਹੁਣ? ਹੁਣ ਤਾਂ ਬਹੁਤ ਥੋੜ੍ਹੀ। ਕਿੰਨੀ ਆ? 300। ਹਾਂ, ਪੈਨਸ਼ਨ ਮੁੱਕਿਆ ਜੀ ਇਹਨਾਂ ਦੀ, ਤੇ 300 ਤੇ 1 ਰੁਪਈਆ ਪੈਨਸ਼ਨ ਹਲੇ ਵੀ ਆਉਂਦੀ ਇਹਨਾਂ ਨੂੰ ਬ੍ਰਿਟਿਸ਼ ਆਰਮੀ ਦੀ, ਤੇ 3 ਮਹੀਨੇ 900 ਕੁਛ ਰੁਪਈਏ ਲੈ ਕੇ ਆਉਂਦੇ ਆਪਣੀ ਪੈਨਸ਼ਨ। ਇਹ ਜੇ ਤੁਹਾਨੂੰ ਵਿਖਾ ਸਕਾਂ ਕਾਪੀ, ਉਹ ਕਦਮ ਹੋ ਗਈ, ਭਰੀ ਗਈ ਸੀ। ਹਾਂ, ਫਿਰ ਬਾਅਦ ਸ਼ਹਿਰ ਜਦੋਂ ਇੱਥੇ ਪਾਕਿਸਤਾਨ ਬਣਿਆ ਫਿਰ ਇੱਥੇ ਆ ਬਣਾਈ। ਅੱਛਾ, ਇਹ ਦੱਸੋ ਹੁਣ ਆਪਾਂ ਤੁਹਾਡੇ ਕੋਲ ਪੁੱਛਦੇ ਹਾਂ ਵੀ ਜਦੋਂ ਪਾਕਿਸਤਾਨ ਬਣਿਆ, ਪਿੰਡ ਮੁਦਕੀ ਤੋਂ ਕਿਵੇਂ ਉੱਠ ਕੇ ਇੱਥੋਂ ਤੱਕ ਆਏ? 20 ਮੀਲ ਸਾਰਾ ਫਿਰੋਜ਼ਪੁਰ ਸੀ, ਮੁਦਕੀ ਤੋਂ। ਉੱਥੋਂ ਜਿਹੜੀ ਨਹਿਰ ਹੈ ਨਾ, ਉਹ ਪਾਣੀ ਨਹੀਂ ਸੀ ਦਿੰਦੇ। ਅੱਛਾ। ਪਾਣੀ ਪਿੱਛੇ ਦੇ ਆਉਂਦੇ ਬਹੁਤ ਪਿੰਡਾਂ, ਅਤੇ ਸਾਡੇ ਆ ਕੇ ਪਾਣੀ ਉਹਨੇ ਫਿਰੋਜ਼ਪੁਰ ਖਤਮ ਕਰਤਾ। ਅਤੇ ਅਸੀਂ ਫਿਰ ਇੱਕ ਹੈਡ ਹੈ ਗੰਦਾ ਸਿੰਘ ਵਾਲਾ, ਉੱਜੜ ਕੇ ਅਤੇ ਉੱਥੇ ਆ ਗਏ। ਸਿੱਖਾਂ ਨੇ ਬੜੀ ਰੁਕਾਵਟ ਪੈਦਾ ਕੀਤੀ, ਪਰ ਚਲੋ ਜਿੰਨੀ ਕਿਸੇ ਦੀ ਕੋਸ਼ਿਸ਼ ਹੁੰਦੀ ਅਗਲਾ ਕਰਦਾ ਹੀ ਹੈ। ਉਹਨਾਂ ਨੇ ਕਈਆਂ ਪਿੰਡਾਂ ਦੇ ਲੋਕ ਮਾਰੇ ਵੀ ਬਹੁਤ। ਆਹ ਦੋ ਜੰਗਾਂ ਉਹਨੇ ਕੀਤੀਆਂ, ਮੁਸਲਮਾਨਾਂ ਨੂੰ ਬਹੁਤ ਮਾਰੇ। ਮੁਸਲਮਾਨ ਆਉਂਦੇ ਸੀ ਵੀ ਛੱਡਣਾ ਨਹੀਂ। ਇੱਕ ਡਗਰੂ ਦਾ ਇਲਾਕਾ ਸੀ ਸਾਡਾ, ਲੁਧਿਆਣੇ ਗੱਡੀ ਚੱਲਦੀ, ਫਿਰੋਜ਼ਪੁਰ ਨੂੰ ਆਉਂਦੀ ਮੋਗੇ ਵਿੱਚ ਦੀ। ਇਹ ਆਉਣ ਹੀ ਕੋਈ ਨਹੀਂ ਦਿੱਤਾ, ਸਾਡੇ ਲੋਕ ਹੀ ਮਾਰਦੇ। ਇਹਨੇ ਮਾਰੇ? ਸਿੱਖਾਂ ਨੇ ਮਾਰੇ। ਨਹੀਂ, ਇਹ ਵਜ੍ਹਾ ਕੀ ਬਣੀ? ਪਹਿਲਾਂ ਆਉਂਦੇ ਸੀ ਨਾ, ਜਿਵੇਂ ਤੁਸੀਂ ਦੱਸਿਆ ਵੀ ਐਡਾ ਵੱਡਾ ਪਿੰਡ ਸੀ ਮੁਦਕੀ ਦੀ, ਮੈਂ ਗੱਲ ਜੇ ਕਰਦਾ, ਤੇ ਇਕੱਠੇ ਵਸਦੇ ਸੀ। ਸਿਆਸਤ ਪਟਿਆਲੇ ਦੀ ਪੂਰੀ ਤਿਆਰ ਹੋ ਗਈ। ਉਹਦੀ ਦਲੀਲ ਐਸੀ ਬਦਲ ਗਈ ਕਿ ਉਹ ਆਖਣ ਲੱਗੇ ਜਿੱਥੇ ਮੁਸਲਮਾਨ ਦਾ ਬੰਦਾ ਟੱਕਰੇ ਬੱਚਾ ਮਾਰਦੇ। ਰਿਆਸਤ ਪਟਿਆਲੇ ਵਾਲੇ ਨੇ ਆਖਿਆ? ਰਿਆਸਤ ਪਟਿਆਲੇ। ਇੱਥੇ ਇੱਕ ਇਸ ਇਲਾਕੇ ਦੇ ਵਿੱਚ ਵਜ਼ੀਰ ਸੀਗਾ ਸਿੱਖ, ਉਹਦਾ ਨਾਂ ਕੀ ਸੀਗਾ, ਉਹ ਰਾਵਲਪਿੰਡੀ ਪੜ੍ਹਾਉਂਦਾ ਰਿਹਾ, ਤਾਰਾ ਸਿੰਘ। ਤਾਰਾ ਸਿੰਘ ਨੇ ਜਾ ਕੇ ਐਲਾਨ ਕਰ ਦਿੱਤਾ। ਉਹ ਇਹਨਾਂ ਪਿੰਡਾਂ ਦੇ ਵਿੱਚ ਫਿਰਿਆ, ਰਿਆਸਤ ਪਟਿਆਲੇ ਦੀ
ਤੇ ਰਿਆਸਤ ਫਰੀਦਕੋਟ ਦੀ ਤੇ ਇਹ ਜਿਹੜੀਆਂ ਰਿਆਸਤਾਂ ਇਹ ਆਪਣੀਆਂ ਇਹਦੇ ਵਿੱਚ ਸੀਗੀਆਂ ਇੰਡੀਆ ਦੇ ਵਿੱਚ। ਇਹ ਫਿਰ ਮੁਸਲਮਾਨਾਂ ਨੂੰ ਅੱਛਾ ਤੁਸੀਂ ਦੱਸਣ ਦੇ ਹੋ ਵੀ ਆ ਗਏ ਗੰਡਾ ਸਿੰਘ ਬਾਰਡਰ ਤੱਕ ਆ ਤੁਸੀਂ ਆ ਗਏ, ਅੱਗੋਂ ਕਿੱਧਰ ਨੂੰ ਆਏ ਫਿਰ? ਅੱਗੋਂ ਫਿਰ ਅਸੀਂ ਫੈਸਲਾਬਾਦ ਅੱਛਾ ਸਿੱਧੇ ਇੱਥੇ ਆ ਗਏ? ਸਿੱਧੇ ਇੱਥੇ ਆ ਗਏ, ਦਰਿਆ ਦੇ ਪੁਲ ਪਰ ਟੱਪ ਇੱਕ ਅੱਧਾ ਪੁਲ ਆਇਆ ਤੇ ਅੱਗੇ ਜਾ ਕੇ ਪੁਲ ਜ਼ਿਆਦਾ ਸੀ। ਅੱਛਾ ਇਹ ਦੱਸੋ ਵੀ ਆਂਦੇ ਵੀ ਉਹ ਕਤਲੋ ਗਾਰਤ ਰਾਹ 'ਚ ਬੜੇ ਬੰਦੇ ਮਰੇ, ਕੋ ਵੇਖੇ ਇਸ ਤਰ੍ਹਾਂ ਦੇ ਵਾਕਿਆ? ਹਾਂ ਕਿੱਥੇ ਬੰਦੇ ਪਹਿਲਾਂ ਤਾਂ ਮੇਰੀ ਬਰਾਦਰੀ ਸੀ, ਮੇਰੀ ਇੱਕ ਭੈਣ, ਉਹਨਾਂ ਦੇ ਘਰ ਦੇ ਜੀ ਸਲੀਨਾ ਪਿੰਡ 'ਚ, ਉਹਦੇ 'ਚੋਂ ਆਇਆ ਹੀ ਕੋਈ ਨਹੀਂ। ਤੁਹਾਡੀ ਭੈਣ ਤੇ ਉਹਨਾਂ ਦੇ ਘਰ ਦੇ ਜੀ ਆਇਆ ਹੀ ਕੋਈ ਨਹੀਂ? ਉਹਨਾਂ ਦੇ ਘਰ ਦਾ ਜੀ ਆਇਆ, ਸਾਰੇ ਸਾਰੇ ਉਹਨਾਂ ਨੇ ਮਾਰਤੇ। ਕਿੱਥੇ? ਇੱਕ ਪਿੰਡ ਸਲੀਨਾ ਸੀਗਾ ਦਖਰੂ ਦੇ ਕੋਲ। ਦਖਲੂ ਦੇ ਕੋਲ? ਦਖਰੂ ਦੇ ਕੋਲ। ਠੀਕ ਇਹ ਪਿੰਡ ਜਿਹੜੇ ਮੈਂ ਤੁਹਾਨੂੰ ਦੱਸਦਾ ਇਹ ਮਸ਼ਹੂਰ ਬੜੇ, ਬਸ ਫਿਰ ਮਾਰ ਦਿੱਤਾ। ਕੋਈ ਜੀ ਵੀ ਨਹੀਂ ਆਇਆ? ਨਹੀਂ, ਕੋਈ ਪਤਾ ਵੀ ਨਹੀਂ ਲੱਗਾ ਬਾਅਦ 'ਚ? ਉਹ ਉੱਥੇ ਸੀਗੇ ਬੰਦੇ ਹੋਰ ਹੀ ਇੱਕ ਕੌਮ ਬਾਣੀਆਂ ਦੇ, ਉਹਨਾਂ ਨੇ ਉਹਨਾਂ ਨੂੰ ਛੱਡਿਆ। ਇੱਕ ਹੋਰ ਇਲਾਕਾ ਥਾਣਾ ਉਹ ਸੀਗਾ ਆਪਣਾ ਮੁਦਕੇ ਨੂੰ ਲੱਗਦਾ ਤੇ ਉਧਰੋਂ ਇੱਕ ਥਾਣਾ ਕੱਲਾਂ ਦਾ ਸੀ, ਕੱਲ ਖੁਰਦ ਸੀ, ਇੱਕ ਕੱਲ ਖੁਰਦ ਦੂਜੇ ਵੀ, ਉਹ ਵੀ ਉਹ ਸੜਕ 'ਤੇ ਸੀ, 15 ਮੀਲਾਂ ਦਾ ਫਰਕ। ਤੇ ਉਹਨਾਂ ਥਾਣਿਆਂ ਦੇ ਵਿੱਚ ਜਿਹੜਾ ਫਿਰ ਉਹਨਾਂ ਦੇ ਸਿੱਖਾਂ ਦੇ ਸੂਦਾਂ ਦੇ ਉਹ ਲਿਆਜ ਨਹੀਂ ਸੀ ਕਰਦੇ। ਸਿੱਖਾਂ ਦਾ ਵੇਖੀ ਕੌਮ ਐਸੇ ਸਿੱਖ ਸੀਗੇ ਪੀ ਕੇ ਸ਼ਰਾਬਾਂ ਤੇ ਉਹ ਕਸਮਾਂ ਖਾ ਲਈਆਂ, ਕੀ ਚੱਕਦੇ ਹੁੰਦੇ ਆਂਦੇ ਸਿੱਖ ਹੋ ਗਿਆ। ਇਹ ਜਨਾਬ ਉਹਨਾਂ ਨੇ ਢਿੱਡ ਨਹੀਂ ਕੀਤੀ, ਮੁਸਲਮਾਨਾਂ ਨੇ ਢਿੱਡ ਪਾੜਤੇ ਜਿਹਨਾਂ ਨੇ ਚੱਲਿਆ। ਆ ਵੱਡੇ ਮੁਸਲਮਾਨ ਇੱਧਰ ਆਏ ਸੀ, ਅੱਧੇ ਆਏ ਅੱਧੇ ਮਾਰ ਦਵਾਵਾ ਕਤਲੋ ਕਰ ਦਵਾਵਾ ਜੀ ਬਹੁਤ। ਬਾਅਦ 'ਚ ਕੋਈ ਪਤਾ ਨਹੀਂ ਲੱਗਾ ਤੁਹਾਡੀ ਭੈਣ ਦਾ ਜਾਂ ਦੂਜਿਆਂ ਦਾ? ਮੈਂ ਗਿਆ ਕਸੂਰ, ਉੱਥੇ ਜਾ ਕੇ ਪਤਾ ਕੀਤਾ ਉਹ ਹੋਈ ਸੀ। ਉਹਨਾਂ ਕਸੂਰ ਦੇ ਇੰਚਾਰਜ ਜਿਹੜੇ ਸੀ ਉਹਨਾਂ ਲੋਕਾਂ ਨੂੰ ਪੁੱਛਿਆ, ਉਹਨਾਂ ਦੇ ਮੁਦਕੇ ਦੀ ਲੜਕੀ ਕੋਈ ਨਹੀਂ, ਨਾ ਕੋਈ ਬੱਚਾ ਨਾ ਕੋਈ ਬੁੱਢਾ। ਉਹ ਪਿੰਡ ਸੀਗਾ ਇੱਕ, ਉਹਦਾ ਨਾਂ ਸੀਗਾ ਡੋਗਰਾਂ ਪਿੰਡ ਦੇ, ਉੱਥੇ ਕਤਲ ਬਹੁਤ ਹੋਏ ਲੋਕ, ਉੱਥੇ ਮਾਰੇ ਮੂਰੇ। ਬਹੁਤ ਵੱਡੇ ਦਰਜੇ ਦੇ ਨੁਕਸਾਨ ਹੋਇਆ। ਬੰਦੇ ਦਾ ਮਾਰਨਾ ਤਾਂ ਜਾਇਜ਼ ਹੀ ਨਹੀਂਗਾ। ਉਹਨਾਂ ਨੂੰ ਸਿੱਖਾਂ ਨੂੰ ਲੱਭਿਆ ਕਿ ਭਾਵੇਂ ਦੂਸਰੀ ਕੌਮ ਸੀ, ਭਾਵੇਂ ਸਰਦਾਰ ਸੀ, ਭਾਵੇਂ ਉਹ ਕੁਛ ਸੀ, ਪਰ ਮਾਰਿਆ ਨਹੀਂ ਕਿਸੇ ਨੂੰ ਕੁਛ ਮਿਲਦਾ। ਅੱਛਾ ਇਹ ਦੱਸਿਓ ਹੁਣ ਵੀ ਆਪਣੇ ਤੁਹਾਡੀ ਬਰਾਦਰੀ ਜਿਹੜੀ ਤੁਹਾਡੇ ਪਿੰਡ ਦੇ ਸੀ ਬੰਦੇ ਮੁਦਕੀ ਦੇ, ਉਹ ਸਾਰੇ ਇੱਥੇ ਹੀ ਆ ਕੇ ਬੈਠੇ ਜਾਂ ਹੋਰ ਹੋਰ ਜਗ੍ਹਾ 'ਤੇ ਚਲੇ ਗਏ? ਕੋਈ ਕਿਤੇ ਦਾ ਸੀ, ਕੋਈ 20 ਪਿੰਡਾਂ ਦੇ ਵਿੱਚ ਸੀਗਾ। ਕਿੱਥੇ ਕਿੱਥੇ ਗਏ ਆ? ਉਹਨਾਂ ਲੋਕਾਂ ਦਾ ਹੁਣ ਕੀ ਤੁਸੀਂ ਕਰ ਰਹੇ, ਕੋਈ ਮੁਬਾਰਕਾਂ 'ਚ ਬੈਠਾ, ਕੋਈ ਹਜ਼ਰਾਮੀ ਬੈਠਾ, ਕੋਈ ਕਿਤੇ ਬਹਿ ਗਿਆ, ਕੋਈ ਕਿਤੇ ਬਹਿ ਗਿਆ ਆ ਕੇ। ਇੱਥੇ ਤੁਹਾਡੇ ਲਾਗੇ ਕਿੱਥੇ ਬੈਠੇ ਆ? ਸਾਡੇ ਲਾਗੇ ਆ ਤੇ ਇੱਥੇ 'ਚ ਵੀ ਬੈਠੇ। ਅੱਛਾ ਤੇ ਇੱਧਰ ਹੋਰ 2-3 ਪਿੰਡ ਤੇ ਕੋਈ ਕਿਸੇ ਰਿਸ਼ਤੇਦਾਰ ਕੋਲ ਚਲਾ ਗਿਆ। ਵੱਖੋ ਵੱਖ ਬਹਿ ਕੇ ਜਾ ਕੇ ਯਾਨੀ ਗੌਰਮੈਂਟ ਨੇ ਕਾਨੂੰਨ ਕੱਢਿਆ ਬਈ ਜਿਹਨੇ ਜਿਹਨੇ ਕਿੱਲਾ ਦੇਈਦਾ ਦਿਓ, ਇਹ ਆਪਣੀ ਪੇਟ ਪਰਸਤੀ ਕਰਨਾ। ਅੱਛਾ ਇਹ ਤਾਂ ਤੁਸੀਂ ਆ ਗਏ ਇੱਥੇ ਤੱਕ, ਆ ਮੈਂ ਤੁਹਾਨੂੰ ਫਿਰ ਮੁਦਕੀ ਪਿੰਡ ਆਪਾਂ ਗੱਲ ਕਰ ਲੈਂਦੇ ਹਾਂ। ਅੱਗੇ ਤੁਸੀਂ ਦੱਸਣ ਦੇ ਸੀ ਵੀ ਉੱਥੇ ਤੁਹਾਡੀ ਉਮਰ ਤੇ ਜਵਾਨ ਸੀ ਤੁਸੀਂ ਉਦੋਂ, ਆਪਣੇ ਨਾਲ ਕੋਈ ਨਾਲ ਮੁੰਡੇ ਕੋਈ ਖੇਡਦੇ ਖੂਡਦੇ ਹੋਣ ਆਪਣੇ ਨਾਲ, ਕਿਹੜੇ ਕਿਹੜੇ ਉਹਨਾਂ ਦੇ ਨਾਂ ਯਾਦ ਹੈ ਜੇ ਸਰਦਾਰਾਂ ਦੇ ਜਾਂ ਹਿੰਦੂਆਂ ਦੇ ਕੋਈ ਮੁੰਡੇ? ਅਸੀਂ ਬੋਲੀਆਂ ਪਾਉਂਦੇ ਹੁੰਦੇ ਸੀ ਤੇ ਇੱਕ
ਉਹ ਮੁੰਡੇ ਹੁੰਦੇ ਸੀ ਹੂੰ ਤੇ ਉਹ ਸਿੱਖਾਂ ਦੇ ਸਾਡੇ ਵਿੱਚ ਆ ਜਾਂਦੇ। ਹੂੰ ਉਹ ਸਾਨੂੰ ਪੁੱਛਦੇ ਸੀਗੇ ਬੋਲੀਆਂ, ਹੂੰ ਉਹ ਸਿੱਖਦੇ ਸੀ, ਸੁਣਦੇ ਵੀ ਸੀਗੇ। ਅੱਛਾ ਕੋਈ ਕਿਸੇ ਪਿੰਡ ਦਾ, ਕੋਈ ਕਿਸੇ ਪਿੰਡ ਦਾ, ਇਹ ਸੀ। ਨਾਂ ਨੂੰ ਨਹੀਂ ਯਾਦ ਕਿਸੇ ਦਾ? ਤੁਹਾਡੇ ਹਾਂ। ਹਾਣ ਦੇ ਜਿਹੜੇ ਕਿਸੇ ਦਾ ਨਾਂ ਨੂੰ ਨਹੀਂ ਯਾਦ? ਕੇਰ ਸਿੰਘ, ਹੂੰ ਸ਼ੇਰ ਸਿੰਘ, ਹੂੰ ਜੈਲ ਸਿੰਘ, ਹੂੰ ਨਿਹਾਲ ਸਿੰਘ, ਹੂੰ। ਕਰਤਾਰ ਸਿੰਘ, ਇਹ ਆਪਣੇ ਪਿੰਡ ਦੇ ਮੁਦਕੀ ਦੇ? ਮੁਜ਼ਗੀ ਦੇ। ਠੀਕ ਹੈ। ਤੇ ਬੋਲੀਆਂ ਕੀ ਪਾਉਂਦੇ? ਕੋਈ ਬੋਲੀ ਸੁਣਾ ਦਿਓ ਇੱਕ ਅੱਧੀ। ਉਹ ਬੋਲੀ ਦਾ ਤੁਹਾਨੂੰ ਕੀ ਹੱਥ? ਤਾਂ ਸੁਣਾਓ ਇੱਕ ਅੱਧੀ ਆਉਂਦੀ ਤੇ। ਆਰੀ 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 ਹੂੰ ਸ਼ਾਮੋਂ ਵੋਟਰਾਂ ਦੀ, ਹੂੰ ਲੱਖ ਪਤਲਾ ਪਤਾਂ ਤੋਂ ਭਾਰੀ। ਹੂੰ ਇੱਕ ਮੁੰਡਾ ਘੋਂ ਗਿਆ ਦਾ, ਹੂੰ ਉਹਨੇ ਥਾਣੇਦਾਰ ਦੇ ਗਰਾਸੀ ਮਾਰੀ। ਹੂੰ ਭਜਣਾ ਫਰੀਦਕੋਟ ਦਾ, ਹੂੰ। ਜਿਹਨੇ ਪੁਲਿਸ ਭਜਾਤੀ ਸਾਰੀ। ਵਾਹ 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 ਵਾਹ। ਇਹੋ ਜਿਹੀਆਂ ਬੋਲੀਆਂ। ਆ ਬੋਲੀਆਂ ਪਾਉਂਦੇ ਹਾਂ, ਮੁੰਡੇ ਮੁੰਡੇ ਰਲ ਕੇ ਫਿਰ। ਬਹੁਤ ਬਾਹਰ ਰਾਤ ਨੂੰ ਚਲੇ ਜਾਣਾ ਬਾਹਰ। ਹੂੰ। ਤੇ ਅੱਛਾ ਇਹ ਦੱਸੋ ਵੀ ਉਸ ਤੋਂ ਬਾਅਦ ਕੋਈ ਸਬੱਬ ਨਹੀਂ ਬਣਿਆ ਆਪਣੇ ਪਿੱਛੇ ਪਿੰਡ ਜਾਣ ਦਾ ਮੁਦਕੀ? ਨਹੀਂ ਗਾ, ਉਹ ਦਿਲ ਕੀਤਾ ਕਦੀ? ਨਹੀਂ। ਮੈਂ ਕਿਹਾ ਉਹ ਦਿਲ ਕਰਦਾ ਆਪਣਾ ਪਿਛਲਾ ਪਿੰਡ ਵੇਖਣ ਨੂੰ, ਕਦੀ ਜ਼ਿਹਨ ਚ ਆਇਆ ਹੋਵੇ? ਜੇ ਦਿਲ ਵਿੱਚ ਤਾਂ ਗਈ ਹੋਈ ਦੀ ਚਾਹ ਆਇਆ ਹੂੰ ਬਈ ਉੱਥੇ ਜਾਈਏ। ਹੂੰ ਮੇਰੇ ਇੱਕ ਤਾਏ ਦਾ ਪੁੱਤ ਹੈ, ਹੂੰ ਸੋਹਣੇ ਖਾਲਾ ਬੜਾ, ਹੂੰ ਉਹ ਵੀ ਬਣ ਗਿਆ ਹੁਣ ਤਾਂ। ਹੂੰ ਉਹ ਵੇਖ ਲਾ, ਮੁੰਦਗੀਆਂ ਚੋਂ ਆਇਆ ਨੂੰ ਥੋੜ੍ਹੇ ਦਿਨ ਹੋ ਗਏ। ਉਹ ਘਰੇ ਸਾਡੇ ਉੱਥੇ ਚਲਾ ਗਿਆ। ਹੂੰ ਇੱਕ ਥਾਣੇਦਾਰ ਦਾ ਘਰ ਸੀ, ਹੂੰ ਖੇਵਾ ਖਾਂਦਾ, ਉੱਥੇ ਉਹ ਰੋਟੀ ਖਾਂਦੇ ਰਹੇ ਬਹਿ ਕੇ ਸਿੱਖਾਂ ਦੇ ਨਾਲ। ਹੂੰ। ਅੱਜ ਅੱਛਾ ਇਹ ਦੱਸਿਓ ਹੁਣ ਵੀ ਆਪਾਂ ਗੱਲ ਤੋਂ ਤੁਹਾਡੇ ਕੋਲ ਪੁੱਛਾਂ ਵੀ ਜਦੋਂ ਤੁਸੀਂ ਹੋਏ ਭਰਤੀ ਤੇ ਵਰਲਡ ਵਾਰ ਲੜਨ ਗਏ ਸਿੰਗਾਪੁਰ ਤੇ ਹਾਂਗਕਾਂਗ, ਨਾਲ ਕੋ ਆਪਣੇ ਪਲਟੂਨ ਕੋ ਸਰਦਾਰਾਂ ਦੀ ਵੀ ਹੈਗੀ ਸੀ? ਕੋਈ ਨਹੀਂ ਸੀ ਹੁੰਦਾ, ਹੂੰ ਕੋਈ ਆਰਡਰ ਹੀ ਨਹੀਂ ਸੀਗਾ ਬਗਾਨੇ ਉੱਪਰ ਆਡ। ਫੌਜ ਦੇ ਏਰੀਏ 'ਚ ਫੌਜ ਤੋਂ ਬਗੈਰ, ਮਹਿਕਮੇ ਤੋਂ ਬਗੈਰ ਵਰਡ ਨਹੀਂ ਸੀ ਸਕਦੇ। ਨਹੀਂ ਪਲਟੂਨਾਂ ਹੋਣੀਆਂ ਤੇ ਸਾਰੀਆਂ ਦੀਆਂ ਨਾ, ਨਾਲ ਸਰਦਾਰਾਂ ਦੇ ਵੀ ਹੋਣੇ ਮੁੰਡੇ। ਮੈਂ ਦੱਸਦਾ ਹੈ ਵੀ ਪਲਾਟੂਨਾਂ ਵੀ ਹੁੰਦੀਆਂ ਸੀ, ਹੂੰ ਉਧਰ ਸਿੱਖਾਂ ਦੇ ਵੀ ਹੁੰਦੇ, ਮੁਸਲਮਾਨਾਂ ਦੇ ਵੀ ਹੁੰਦੇ। ਜਾਨੀ ਉਹ ਮਾਰ ਕਿਸੇ ਪਲਟੂਨਾਂ, ਹੂੰ। ਕਿਸੇ ਦੀ ਗੱਲ ਨਹੀਂ ਸੀ ਉਹ ਸੁਣਦੇ। ਹਾਂ ਠੀਕ, ਆਪਣੇ ਆਪਣੇ ਹੱਥ ਤੱਕ ਰਹਿਣਾ। ਹਾਂ, ਚੰਗੇ ਆ। ਅੱਛਾ ਇਹ ਦੱਸਿਓ ਵੀ ਉਦੋਂ ਜਦੋਂ ਇਕੱਠੇ ਸੀ ਸਾਰਾ ਕੁਝ ਵੰਡ ਤੋਂ ਪਹਿਲਾਂ ਜਾੜਿਆਂ ਤੋਂ, ਉੱਥੇ ਕਿਸ ਤਰ੍ਹਾਂ ਦਾ ਸੀ ਵਸੇਬ ਵਸਣ ਇੱਕ ਦੂਜਿਆਂ ਦੇ ਨਾਲ? ਕੋਈ ਲੜਾਈ ਝਗੜਾ ਤਾਂ ਨਹੀਂ? ਨਹੀਂ ਸੀ। ਅੱਡਾ ਮੈਂਬਰ ਹੁੰਦੇ ਸੀ ਵਿੱਚ ਮੈਂਬਰ ਕਿ ਫਰਜ਼ ਕਰੋ ਬਈ ਪੰਜਾਬ ਦਾ ਇੱਕ ਐਸਾ ਜਿਹੜਾ ਇੱਧਰਲੇ ਪਾਸੇ ਹੈਗਾ, ਉਹ ਉੱਥੇ ਸਿੱਖ ਰਹਿੰਦੇ ਸੀਗੇ, ਉਹ ਆਪਦਾ ਬਾਦਸ਼ਾਹੀ ਕੀਤੀ ਜਾਂਦੇ, ਕਿਸੇ ਦਾ ਉਹ ਝੂਠ ਨਹੀਂ ਮਾਰਦੇ ਸੀ ਉਹ ਲੋਕ, ਅਤੇ ਬਿਲਕੁਲ ਸੱਚੀ ਗੱਲ ਕਰਦੇ ਸੀ। ਚੰਗੇ ਲੋਕ, ਅੱਛੇ ਤਰੀਕੇ ਨਾਲ ਵਸਦੇ? ਬਹੁਤ ਅੱਛੇ ਨਾਲ ਮੁਸਲਮਾਨਾਂ ਦਾ ਅਖਲਾਕ ਰੱਖਣਾ। ਅੱਛਾ ਕੋਈ ਇਸ ਤਰ੍ਹਾਂ ਤਾਂ ਨਹੀਂ ਸੀ ਹੈ ਵੀ ਮਜ਼ਹਬੀ ਹੋਵੇ, ਕਿਸੇ ਨੂੰ ਆਜ਼ਾਦੀ ਨਾ ਹੋਵੇ ਵੀ ਤੁਸੀਂ? ਕਿਸੇ ਦੀ ਕੋਈ ਚੀਜ਼ ਜ਼ਬਰਦਸਤੀ ਰੱਖ ਨਹੀਂ ਸੀ, ਕਿਸੇ ਨੂੰ ਬੁਰਿਆ ਨਹੀਂ ਸੀ ਜਾਣ। ਵੱਡੇ ਵੱਡੇ ਬਾਣੀਏ, ਵੱਡੇ ਵੱਡੇ ਹਿੰਦੂ ਸਰਦਾਰ ਸਿੱਖ, ਉਹ ਹਰ ਇੱਕ ਨੂੰ ਇੱਜ਼ਤ ਨਾਲ ਬਣਾਉਣਗੇ। ਮੇਰੇ ਆ ਪੰਜੀਅਨ ਦੇ ਕਾਗਜ਼, ਜਦੋਂ ਮੈਂ ਪੰਜੀਅਨ ਆਇਆ ਨਾ, ਅਤੇ ਇੱਕ ਗੁਰਦਿਆਲ ਸਿੰਘ ਸੂਬੇਦਾਰ ਮੇਜਰ ਰਿਟਾਇਰ ਹੋ ਗਿਆ ਹੈ। ਗੁਰਦਿਆਲ ਸਿੰਘ? ਗੁਰਦਿਆਲ ਸਿੰਘ। ਉਹਨੇ ਆਂਦਾ ਮੇਰੇ ਕੋਲੇ ਛੱਡ ਜਾ, ਇੱਥੇ ਗੁਆਚ ਗੂਜ ਜਾਂਦੇ, ਕੋਠੇ ਘੱਟ ਥੱਲੇ ਆ ਲੈ ਲੈ ਦੇਤੀ। ਜਦੋਂ ਪੰਜੀਅਨ ਜਾਣੇ, ਉਹਨੇ ਘਰੇ ਸੁਨੇਹਾ ਭੇਜ ਦੇਣਾ, ਅਸੀਂ ਇਕੱਠੇ ਹੋ ਜਾਣਾ, ਇਕੱਠੇ ਹੋ ਕੇ ਤੇ ਪੈਨਸ਼ਨ ਲੈ ਆਉਣੀ। ਉਹਨਾਂ ਨੇ ਆਪਦੇ ਘਰਾਂ ਚਲੇ ਜਾਣਾ, ਅਸੀਂ ਆਪਦੇ ਘਰਾਂ। ਅੱਛਾ ਮੈਨੂੰ ਇਹ ਦੱਸਿਓ ਵੀ ਉਹ ਜਿਉਣੇ ਮੋੜ ਵਾਲਾ ਕੌਣ ਸੀ ਜਿਹਨੇ ਗ੍ਰਿਫਤਾਰ ਕੀਤਾ ਸੀ ਉਹਨੂੰ? ਉਹਦੇ ਦੱਸਿਓ। ਜਣੇ ਮੋੜ ਨੂੰ? ਆਹੋ। ਉਹ ਇੱਕ ਥਾਣੇਦਾਰ ਸੀ ਖੀਵੇ ਖਾਂ। ਹਾਂ ਖੀਵੇ ਖਾਂ। ਹਾਂ ਮੁਦਗੀ ਦਾ। ਹਾਂ
ਰਾਜਪੁਰ ਇਹ ਉੱਥੇ ਰਹਿੰਦਾ ਸੀਗਾ ਮੁਲਕੀ ਦੇ ਵਿੱਚ। ਅਤੇ ਇੱਕ ਜਨੇ ਮੋੜ ਦਾ ਭਤੀਜਾ ਜਿਹੜਾ ਸੀ ਉਹਨਾਂ ਨੇ ਫੜ ਲਿਆ। ਜਨੇ ਮੋੜ ਨੂੰ ਫੜ ਕੇ ਸਜ਼ਾ ਦੇ ਦਿੱਤੀ, ਕੈਦੀ ਕਰਦਾ ਉਹਨੂੰ ਕਾਲੇ ਪਾਣੀ। ਉਹ ਜਿਸ ਵੇਲੇ ਕਾਲੇ ਪਾਣੀ ਹੋ ਗਿਆ ਤਾਂ ਉਹ ਫਿਰ ਚਿੱਠੀ ਲਿਖਦਾ, ਉਹਨੂੰ ਸਿਆਹੀ ਨਾਲ ਲੱਭਦੀ ਲਿਖਣੀ ਲੈਂਦਾ ਪੱਟ ਦੀ ਖਾ ਲੈਂਦਾ। ਪਹਿਲਾਂ ਲਿਖਿਆ ਵਾਹਿਗੁਰੂ, ਫਿਰ ਲਿਖਿਆ ਕਰਤਾਰ, ਇਸ ਤਰ੍ਹਾਂ ਕਰਕੇ ਉਹ ਫਿਰ ਚਿੱਠੀ ਮੁਦਕੀ ਨੂੰ ਆ ਗਈ। ਜਿਸ ਵੇਲੇ ਵੀ ਇਹ ਚਿੱਠੀ ਉਹ ਰਹਿੰਦੇ ਹੁੰਦੇ ਸੀ ਚੋਰ ਭੈਣੀ ਵਾਲੇ ਬੀਚ, ਭੈਣੀ ਦਾ ਬੀਚ। ਉਹ ਜਿਹੜੇ ਇਹ ਆਖੇ ਚਿੱਠੀ ਜੀ, ਉਹ ਜਿਹੜਾ ਇੱਕ ਬੰਦਾ ਸੀ ਬੁੜੀ, ਉਹਨੂੰ ਚਿੱਠੀ ਫੜਾਤੀ। ਉਹ ਬੁੜੀ ਨੇ ਭੈਣੀ ਵਾਲਾ ਬੀਚ ਤਾਂ ਦੂਰ ਸੀ, ਉਹਨੇ ਕਿਤੇ ਹੋਰ ਨੂੰ ਫੜਾਈ। ਉਹ ਖੈਰ ਇਹ ਜਿਹੜੇ ਉਹਦਾ ਭਰਾ ਸੀ ਨਾ, ਇਹ ਇੱਕ ਜਨਾ ਮੋੜ ਅਤੇ ਇੱਕ ਕਿਸ਼ਨਾ ਮੋੜ, ਇਹ ਦੋਵੇਂ ਸਕੇ ਭਰਾ। ਇਹਨਾਂ ਦਾ ਆਪਸ ਵਿੱਚ ਡਾਕਟਰ ਕੋਈ ਆਪਣੇ ਨਾਲ ਉਹ ਅਹਿਮਦ ਡੋਗਰ ਦਾ, ਡੋਗਰ ਨੇ ਬੇਈਮਾਨੀ ਕੀਤੀ ਅਤੇ ਉਹ ਉੱਥੇ ਆ ਗਿਆ। ਆਇਆ ਉਹ ਫੜ ਲਿਆ ਉਹਨੂੰ, ਉਹਦੇ ਭਾਈ ਨੂੰ ਫੜ ਕੇ ਕਾਲੇ ਪਾਣੀ ਭੇਜਦਾ। ਉਦੋਂ ਕਾਲੇ ਪਾਣੀ ਦੀ ਸਜ਼ਾ ਇਹ ਹੁੰਦੀ ਸੀ ਬਈ ਉਹ ਕਾਤਲ ਨੂੰ ਕਾਲੇ ਪਾਣੀ ਭੇਜਦੇ ਸੀ, ਹੋਰ ਕਿਤੇ ਭੇਜਦੇ ਨਹੀਂ। ਅੱਛਾ, ਉਹਨੂੰ ਗ੍ਰਿਫਤਾਰ ਉਹਨੇ ਕੀਤਾ ਸੀ, ਕੀ ਨਾਂ ਸੀ ਉਹਦਾ? ਗ੍ਰਿਫਤਾਰ ਤਾਂ ਖੀਵੇ ਖਾਨ ਜਿਹੜਾ ਸੀ ਨਾ, ਉੱਧਰੋਂ ਚੱਲ ਪਿਆ ਕਪਤਾਨ ਆਪਣੇ, ਉਹ ਕੀ ਨਾਂ ਉਹਦਾ ਪਿੰਡ ਦਾ, ਉੱਥੋਂ ਦੇ ਵੱਡੀ ਕੰਪਨੀ ਸੀ। ਉਹ ਖੀਵੇ ਖਾਨ ਉੱਥੇ ਗਿਆ, ਉਹਨੇ ਜਾ ਕੇ ਉਹਨੇ ਦੱਸਿਆ ਜੀ ਇਹ ਮੇਰਾ ਮੈਨੂੰ ਆਂਦੇ ਵੀ ਚੱਲ ਉੱਥੇ ਕਤਲ ਹੋ ਗਿਆ ਬੰਦਾ, ਅਤੇ ਮੈਂ ਨਹੀਂ ਗਿਆ। ਉਹ ਖੀਵੇ ਖਾਨ ਵੀ ਉੱਥੇ ਚੱਲ ਪਿਆ ਮੁਦਕੀ ਨੂੰ, ਉਹ ਇੱਥੇ ਮੁਦਕੀ ਦੇ ਵਿੱਚ ਖੀਵੇ ਖਾਨ ਵੀ ਆ ਗਿਆ। ਉਹ ਜਿਹੜਾ ਡੋਗਰ ਸੀਗਾ ਉਹਦਾ ਭਰਾ, ਉਹ ਉੱਥੇ ਆਇਆ ਸੀ ਅਤੇ ਉਹਨੂੰ ਵੀ ਉੱਥੇ ਬੜਾ ਲੁੱਟਿਆ। ਉਹਨੂੰ ਉਹਨੇ ਕਿਹਾ ਇਹਨੂੰ ਕੜੀ ਮਾਰ, ਉਹਨੇ ਆਖਿਆ ਨਹੀਂ ਮੈਂ ਨਹੀਂ, ਉਹਨੇ ਨਹੀਂ ਹੱਥ ਕੜੀ ਮਾਰ। ਉਹਨੇ ਆਖਿਆ ਬੇਟੀ ਲਾ ਦੇ ਆ ਚੱਕ, ਮਾਰੀ ਉਹਦੇ ਅੱਗੇ ਚੱਕ। ਬਾਬਾ ਜੀ ਨਾਲ ਗੱਲ ਕਰਨ ਦੇ ਸਾਂ 1947 ਦੀ ਵੰਡ ਤੋਂ ਪਹਿਲੇ ਦੇ ਹਾਲਾਤ, ਅਤੇ ਉਹਨਾਂ ਨੇ ਕਿਸ ਤਰ੍ਹਾਂ ਦੇ ਹਾਲਾਤ ਵੇਖੇ, ਕਿਵੇਂ ਉਹਨਾਂ ਸਾਰਾ ਦੱਸਿਆ। ਵਰਲਡ ਵਾਰ 2 'ਚ ਵੀ ਹਿੱਸਾ ਲਿਆ। ਅਤੇ ਸਾਡੀ ਬੜੀ ਖੁਸ਼ਕਿਸਮਤੀ ਹੈ ਕਿ ਬਾਬਾ ਜੀ ਕੋਲ ਬੈਠੇ 102 ਸਾਲ ਉਮਰ ਇਹਨਾਂ ਦੀ ਇਸ ਵੇਲੇ ਹੋ ਚਲੀ ਹੈ। 3 ਸਦੀਆਂ ਵੇਖ ਚੁੱਕੇ ਨੇ ਬਾਬਾ ਜੀ ਜੇ ਅਸੀਂ ਕਹੀਏ ਅਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ 1947 ਦੇ ਹਾਲਾਤ ਵੇਖੇ ਅਤੇ ਉਸ ਤੋਂ ਪਹਿਲਾਂ ਕਿਵੇਂ ਵਸੇਬ ਸੀ। ਇਹਨਾਂ ਦੇ ਬਕੌਲ ਕਿ ਬੜਾ ਵਧੀਆ ਜ਼ਬਰਦਸਤ ਆਜ਼ਾਦੀ ਸੀ ਹਰ ਤਰ੍ਹਾਂ ਦੀ, ਕੋਈ ਐਸਾ ਮਸਲਾ ਮਸਾਇਲ, ਇਹਨਾਂ ਦੇ ਪਰਸਨਲ ਵਿਊਜ਼ ਨੇ। ਅਤੇ ਇਹ ਸਾਰੀ ਗੱਲਬਾਤ ਸਾਂਝੀ ਕਰਨ ਦੇ ਸਾਂ। ਹੋਪਫੁਲੀ ਆਪਾਂ ਕੋਸ਼ਿਸ਼ ਕਰੀ ਦੀ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ, ਇਸ ਤਰ੍ਹਾਂ ਦੇ ਬਜ਼ੁਰਗਾਂ ਦੇ ਰਾਹੀਂ ਜਿਹੜਾ ਵਾ ਪਿਆਰ, ਮੁਹੱਬਤ, ਅਮਨ ਦਾ ਮੈਸੇਜ ਸਾਰੀ ਦੁਨੀਆ ਤੱਕ ਪਹੁੰਚਾਇਆ ਜਾਵੇ। ਅਤੇ ਇਹਨਾਂ ਲੋਕਾਂ ਦੀ ਆਵਾਜ਼ ਉਹਨਾਂ ਰੈਲੀਵੈਂਟ ਅਥਾਰਟੀ ਤੱਕ ਜਿਹੜੀਆਂ ਬੈਠੀਆਂ ਨੇ ਇਹਨਾਂ ਮੁਲਕਾਂ ਦੇ ਜਿਹੜੇ ਇਸ਼ੂਜ਼ ਨੇ। ਬੇਸ਼ੱਕ ਅਸੀਂ ਆਉਂਦੇ ਹੁੰਦੇ ਬਾਰਡਰ ਰਹਿਣ ਲੱਗੇ ਰਹਿਣ, ਤਾਰਾਂ ਲੱਗੀਆਂ ਰਹਿਣ, ਲੇਕਿਨ ਅੱਛੇ ਗਵਾਂਢੀ, ਅੱਛੇ ਹਮਸਾਏ ਹੋ ਕੇ ਆਪਾਂ ਵਸੀਏ। ਅਤੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਬਾਬਾ ਜੀ ਨੇ। ਵਰਲਡ ਵਾਰ 2 ਦੇ ਵਿੱਚ ਵੀ ਇਹਨਾਂ ਹਿੱਸਾ ਲਿਆ, ਆਪਣੀ ਆਪ ਬੀਤੀ ਦੱਸੀ, 102 ਸਾਲ ਉਮਰ ਹੰਢਾਈ। ਅਤੇ ਜਿਵੇਂ ਉਹਨਾਂ ਦੇ ਬਕੌਲ ਕਿ ਬੜਾ ਅੱਛਾ ਵਧੀਆ ਮਾਹੌਲ ਸੀ, ਅੱਛੇ ਤਰੀਕੇ ਨਾਲ ਵਸਦੇ ਸੀ। ਅਸੀਂ ਕਿਉਂ ਨਹੀਂ ਹੁਣ ਉਦੋਂ ਇੱਕ ਜਗ੍ਹਾ, ਇੱਕ ਪਿੰਡ, ਦੀਵਾਰਾਂ ਦੇ ਨਾਲ, ਕੰਧਾਂ ਦੇ ਨਾਲ ਕੰਧਾਂ ਸਾਂਝੀਆਂ, ਅਤੇ ਬੜੇ ਅਖਲਾਕ ਦੇ ਨਾਲ, ਪਿਆਰ ਦੇ ਨਾਲ ਇੱਕ ਦੂਜੇ ਦੀ ਰਿਸਪੈਕਟ ਕਰਦੇ ਸੀ, ਵਸਦੇ ਸੀ। ਕਿਉਂ ਅਸੀਂ ਜੋ ਦੀਵਾਰਾਂ ਸਾਂਝੀਆਂ ਸਨ ਅਤੇ ਹੁਣ ਅਸੀਂ ਬਾਰਡਰ ਸਾਂਝੇ ਨੇ ਸਾਡੇ। ਜੇ ਅਸੀਂ ਇੱਥੇ ਉਹ ਘਰਾਂ ਦੇ ਵਿੱਚ ਘਰ ਸਨ, ਇੱਥੇ ਤਾਂ ਹੁਣ ਅਲੱਗਾ ਮੁਲਕ ਬਣ ਗਿਆ, ਅਲੱਗਾ ਮੁਲਕ ਬਣ ਕੇ ਕਿਉਂ ਅਸੀਂ ਅੱਛੇ ਤਰੀਕੇ ਦੇ ਨਾਲ, ਅੱਛੇ ਗਵਾਂਢੀਆਂ ਦੀ ਤਰ੍ਹਾਂ, ਅੱਛੇ ਹਮਸਾਇਆਂ ਦੀ ਤਰ੍ਹਾਂ ਨਹੀਂ ਵਸ ਸਕਦੇ। ਹੋਪਫੁਲੀ ਇਹਨਾਂ ਵੀਡੀਓਜ਼ ਦੀ ਰਾਹੀਂ ਆਉਣ ਵਾਲੇ ਸਮੇਂ, ਆਉਣ ਵਾਲੇ ਟਾਈਮ 'ਚ
ਇਹਨਾਂ ਵੀਜ਼ਾ ਪੋਲਿਸੀਜ਼ ਦੇ ਵਿੱਚ ਵੀ ਅਤੇ ਇਹਨਾਂ ਮੁਲਕੀ ਹਾਲਾਤ ਨੂੰ, ਇਹਨਾਂ ਨਫ਼ਰਤਾਂ ਨੂੰ, ਇਹਨਾਂ ਦੂਰੀਆਂ ਨੂੰ ਵੀ ਮੁਕਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਇਸ ਤਰ੍ਹਾਂ ਦੀ ਵੀਡੀਓਜ਼ ਤੁਹਾਡੇ ਰੂਬਰੂ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਅਗਲੇ ਪ੍ਰੋਗਰਾਮ ਤੱਕ ਨਾਸਰ ਢਿੱਲੋਂ ਅਤੇ ਪੰਜਾਬੀ ਲਹਿਰ ਦੀ ਸਾਰੀ ਟੀਮ ਨੂੰ ਇਜਾਜ਼ਤ ਦਿਓ। ਮਿਲਦੇ ਹਾਂ ਫਿਰ। ਰੱਬ ਰੱਖ।